ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1077 ਤੇ ਅੰਕਿਤ ਸ਼ਬਦ ਦੀ ਵਿਆਖਿਆ ਕਰਨ ਜਾ ਰਹੇ ਹਾਂ। ਵਿਆਖਿਆ ਕਰਨ ਸਮੇਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਣਗੀਆਂ। ਹੇ ਸੱਚੇ ਪਾਤਸ਼ਾਹ ਜੀ, ਅਣਜਾਣ ਬੱਚੇ ਸਮਝ ਕੇ ਮਾफ़ ਕਰਨਾ ਅਤੇ ਅੱਗੇ ਤੋਂ ਸਪਸ਼ਟ ਬਾਣੀ ਪੜ੍ਹਨ ਦੀ ਸੋਝੀ ਦੇਣਾ। ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਮਾਰੂ ਮਹੱਲਾ ਪੰਜਵਾਂ। ਸੂਰਤ ਦੇਖ ਨਾ ਭੂਲ ਗਵਾਰਾ। ਹੇ ਮੂਰਖ ਵਿਅਕਤੀ, ਸੂਰਤ ਦੇਖ ਨਾ ਭੂਲ ਗਵਾਰਾ। ਕਿਸੇ ਦੀ ਸੋਹਣੀ ਸ਼ਕਲ ਵੇਖ ਕੇ ਗਲਤੀ ਨਾ ਖਾ। ਸੂਰਤ ਦੇਖ ਨਾ, ਕਿਸੇ ਦੀ ਸੋਹਣੀ ਸ਼ਕਲ ਦੇਖ ਕੇ ਭੂਲ ਗਵਾਰਾ ਹੇ ਮੂਰਖ ਵਿਅਕਤੀ, ਤੂੰ ਇਹ ਗਲਤੀ ਨਾ ਖਾ। ਮਿਥਨ ਮੁਹਾਰਾ ਝੂਠ ਪਸਾਰਾ। ਕਿਉਂਕਿ ਇਹ ਮੋਹ ਝੂਠਾ ਹੈ, ਮਿਥਿਆ ਹੈ। ਮਿਥਨ ਮੁਹਾਰਾ ਝੂਠ ਪਸਾਰਾ, ਤੇ ਇਹ ਜਗਤ ਪਸਾਰਾ ਵੀ ਝੂਠ ਹੈ, ਖਤਮ ਹੋਣ ਵਾਲਾ ਹੈ। ਜਗ ਮੈਂ ਕੋਈ ਰਹਿਣ ਨਾ ਪਾਏ, ਨਿਸ਼ਚਲ ਏਕ ਨਾਰਾਇਣਾ। ਜਗ ਵਿੱਚ ਕੋਈ ਮਨੁੱਖ ਸਦਾ ਵਾਸਤੇ ਰਹਿਣ ਵਾਲਾ ਨਹੀਂ। ਚਾਹੇ ਉਹ ਵੱਡੇ ਤੋਂ ਵੱਡਾ ਰਾਜਾ ਹੈ, ਚਾਹੇ ਉਹ ਸੇਵਕ ਹੈ, ਕੋਈ ਵੀ ਇਸ ਜਗਤ ਵਿੱਚ ਸਦਾ ਵਾਸਤੇ ਨਹੀਂ ਰਹਿਣ ਵਾਲਾ। ਜਗ ਵਿੱਚ ਕੋਈ ਰਹਿਣ ਨਾ ਪਾਏ, ਨਿਸ਼ਚਲ ਏਕ ਨਾਰਾਇਣਾ। ਗੁਰਪੂਰੇ ਕੀ ਨਿਸ਼ਚਲ ਏਕ ਨਾਰਾਇਣਾ। ਸਿਰਫ ਪਰਮਾਤਮਾ ਹੀ ਅਟਲ ਤੇ ਅਮਰ ਹੈ, ਨਿਸ਼ਚਲ ਹੈ। ਉਹੀ ਪਰਮਾਤਮਾ ਹੀ ਇੱਥੇ ਅਟਲ ਹੈ ਤੇ ਅਮਰ ਹੈ। ਗੁਰਪੂਰੇ ਕੀ ਪਉ ਸਰਨਾਈ। ਪੂਰੇ ਗੁਰ ਦੀ ਸ਼ਰਨ ਪੋ। ਸਰਨਾਈ ਉਸ ਦੀ ਸ਼ਰਨ ਵਿੱਚ ਜਾ। ਪੂਰੇ ਗੁਰੂ ਦੀ ਸ਼ਰਨ ਵਿੱਚ ਜਾ। ਮੋਹ ਸੋਗ ਸਭ ਭਰਮ ਮਿਟਾਈ। ਗੁਰੂ ਦੀ ਸ਼ਰਨ ਵਿੱਚ ਜਾ ਕੇ ਹੀ ਮੋਹ, ਚਿੰਤਾ ਤੇ ਸਾਰਾ ਭੁਲੇਖਾ ਦੂਰ ਹੋ ਜਾਂਦਾ ਹੈ। ਸੋਗ, ਚਿੰਤਾ, ਭਰਮ, ਸਾਰੇ ਭੁਲੇਖੇ ਦੂਰ ਹੋ ਜਾਂਦੇ ਹਨ। ਏਕੋ ਮੰਤਰ ਦ੍ਰਿੜਾਏ ਔਖਦ, ਸੱਚ ਨਾਮ ਰਿਦ ਗਾਇਨਾ। ਉਹ ਸਿਰਫ ਇੱਕੋ ਮੰਤਰ ਦਿੰਦਾ ਹੈ। ਏਕੋ ਮੰਤਰ ਦ੍ਰਿੜਾਏ, ਉਹ ਇੱਕੋ ਹੀ ਮੰਤਰ ਦਿੰਦਾ ਹੈ। ਔਖਦ, ਇੱਕੋ ਹੀ ਇਲਾਜ ਦੱਸਦਾ ਹੈ। ਕੀ ਇਲਾਜ ਦੱਸਦਾ ਹੈ? ਸੱਚ ਨਾਮ ਰਿਦ ਗਾਇਨਾ, ਕਿ ਹਿਰਦੇ ਵਿੱਚ ਨਿਰੰਕਾਰ ਨੂੰ ਹੀ ਧਿਆਉਣਾ ਚਾਹੀਦਾ ਹੈ। ਰਿਦ ਗਾਇਨਾ, ਹਿਰਦੇ ਵਿੱਚ ਨਿਰੰਕਾਰ ਨੂੰ ਹੀ ਧਿਆਉਣਾ ਹੈ। ਉਹ ਇੱਕੋ ਹੀ ਮੰਤਰ ਦੱਸਦਾ ਹੈ। ਜਿਸ ਨਾਮੇ ਕੋ ਤਰਸੇ ਬਹੁ ਦੇਵਾ। ਜਿਸ ਅਕਾਲ ਪੁਰਖ ਨੂੰ ਵੱਡੇ ਵੱਡੇ ਦੇਵਤੇ ਤਰਸ ਰਹੇ ਹਨ। ਜਿਸ ਨਾਮੇ ਕੋ ਤਰਸੇ ਬਹੁ ਦੇਵਾ, ਵੱਡੇ ਵੱਡੇ ਦੇਵਤੇ ਵੀ ਤਰਸ ਰਹੇ ਹਨ। ਸਗਲ ਭਗਤ ਜਾ ਕੀ ਕਰਦੇ ਸੇਵਾ। ਜਿਸ ਦੀ ਭਗਤੀ ਸਾਰੇ ਭਗਤ ਕਰਦੇ ਹਨ। ਸਗਲ ਭਗਤ, ਸਾਰੇ ਭਗਤ ਜਾ ਕੀ ਕਰਦੇ ਸੇਵਾ, ਉਸ ਅਕਾਲ ਪੁਰਖ ਦੀ ਭਗਤੀ ਕਰਦੇ ਹਨ। ਅਨਾਥਾ ਨਾਥ ਦੀਨ ਦੁਖ ਭੰਜਨ, ਜੋ ਗਰੀਬਾਂ ਦਾ ਆਸਰਾ ਹੈ। ਅਨਾਥਾਂ ਦਾ ਨਾਥ ਹੈ। ਦੀਨ ਦੁਖ ਭੰਜਨ, ਜੋ ਦੀਨਾਂ ਦੇ ਦੁੱਖ ਦੂਰ ਕਰਨ ਵਾਲਾ ਹੈ। ਸੋ ਗੁਰ ਪੂਰੇ ਤੇ ਪਾਇਨਾ, ਉਹ ਪਰਮੇਸ਼ਵਰ ਪੂਰੇ ਗੁਰ ਪਾਸੋਂ ਹੀ ਮਿਲਦਾ ਹੈ। ਹੋਰ ਦੁਆਰਾ ਕੋਈ ਨਾ ਸੂਝੇ। ਗੁਰੂ ਤੋਂ ਇਲਾਵਾ ਹੋਰ ਕੋਈ ਦਰ ਨਹੀਂ ਸੁਝਦਾ। ਹੋਰ ਦੁਆਰਾ, ਹੋਰ ਕੋਈ ਦਰ ਨਹੀਂ ਸੁਝਦਾ ਉਸ ਗੁਰੂ ਤੋਂ ਇਲਾਵਾ। ਤ੍ਰਿਭਵਨ ਧਾਵੇ ਤਾਂ ਕਿਛੂ ਨਾ ਬੂਝੇ। ਬੇਸ਼ੱਕ ਮਨੁੱਖ ਤਿੰਨਾਂ ਭਵਨਾਂ ਵਿੱਚ ਦੌੜ ਭੱਜ ਕਰਦਾ ਫਿਰੇ। ਤ੍ਰਿਭਵਨ ਭਾਵੇਂ ਤਿੰਨਾਂ ਭਵਨਾਂ ਵਿੱਚ ਧਾਵੇ, ਦੌੜ ਭੱਜ ਕਰਦਾ ਫਿਰੇ, ਤਾਂ ਕਿਛੂ ਨਾ ਬੂਝੇ, ਤਾਂ ਵੀ ਉਸਨੂੰ ਕੋਈ ਸਮਝ ਨਹੀਂ ਪੈ ਸਕਦੀ। ਸਤਿਗੁਰ ਸਾਹੋ ਭੰਡਾਰ ਨਾਮ, ਜਿਸ ਇਹੋ ਰਤਨ ਤਿਸੇ ਤੇ ਪਾਇਨਾ। ਸੱਚਾ ਗੁਰੂ ਐਸਾ ਸ਼ਾਹ ਹੈ। ਸਤਿਗੁਰ ਸਾਹੋ, ਸੱਚਾ ਗੁਰੂ ਐਸਾ ਸ਼ਾਹ ਹੈ। ਸਤਿਗੁਰ ਸਾਹੋ ਭੰਡਾਰ ਨਾਮ, ਜਿਸ ਕੋਲ ਨਾਮ ਦਾ ਭੰਡਾਰ ਹੈ। ਭੰਡਾਰ ਨਾਮ, ਜਿਸ ਕੋਲ ਨਾਮ ਦਾ ਭੰਡਾਰ ਹੈ। ਜਿਸ ਇਹ ਰਤਨ ਤਿਸੇ ਤੇ ਪਾਏ ਨਾ, ਉਸ ਗੁਰੂ ਪਾਸੋਂ ਨਾਮ ਰਤਨ ਮਿਲ ਸਕਦਾ ਹੈ। ਉਸ ਗੁਰੂ ਪਾਸੋਂ ਹੀ ਇਸ ਨਾਮ ਦਾ, ਨਾਮ ਰੂਪੀ ਰਤਨ ਮਿਲ ਸਕਦਾ ਹੈ। ਜਾਕੀ ਧੂੜ ਕਰੇ ਪੁਨੀਤਾ, ਜਿਸ ਦੇ ਚਰਨਾਂ ਦੀ ਧੂੜ, ਜਾਕੀ ਧੂੜ, ਜਿਸ ਦੇ ਚਰਨਾਂ ਦੀ ਧੂੜ ਪੁਨੀਤਾ, ਸੁੱਚਾ ਕਰ ਦਿੰਦੀ ਹੈ। ਜਾਕੀ ਧੂੜ ਕਰੇ ਪੁਨੀਤਾ, ਸੁਰ ਨਰ ਦੇਵ ਨਾ ਪਾਵੇ ਮੀਤਾ। ਹੇ ਮਿੱਤਰ, ਉਸ ਨੂੰ ਦੇਵਤੇ, ਸੁਰ
ਨਰ ਦੇਵ, ਉਸ ਨੂੰ ਦੇਵਤੇ ਤੇ ਮਨੁੱਖ ਪ੍ਰਾਪਤ ਨਹੀਂ ਕਰ ਸਕਦੇ, ਨਾ ਪਾਵੇ ਮੀਤਾ। ਸਤਪੁਰਖ ਸਤਗੁਰ ਪਰਮੇਸ਼ਰ, ਜਿਸ ਭੇਟਤ ਪਾਰ ਪਰਾਏ ਨਾ। ਉਹ ਸਤਪੁਰਖ ਸੱਚਾ ਗੁਰੂ ਪਰਮੇਸ਼ਵਰ ਦਾ ਹੀ ਰੂਪ ਹੈ। ਸਤਪੁਰਖ ਸਤਗੁਰ ਪਰਮੇਸ਼ਵਰ, ਜੋ ਸੱਚਾ ਗੁਰੂ ਹੈ ਉਹ ਪਰਮੇਸ਼ਵਰ ਦਾ ਹੀ ਰੂਪ ਹੈ। ਇੱਥੇ ਪਖੰਡੀ ਗੁਰੂਆਂ ਦੇ ਵਾਸਤੇ ਨਹੀਂ ਕਿਹਾ, ਜੋ ਸੱਚਾ ਗੁਰੂ ਹੈ ਉਹ ਇੱਕ ਤਰ੍ਹਾਂ ਨਾਲ ਪਰਮੇਸ਼ਵਰ ਦਾ ਹੀ ਰੂਪ ਹੈ, ਜੋ ਅੱਜ ਕੱਲ੍ਹ ਦੀ ਦੁਨੀਆ ਵਿੱਚ ਤਾਂ ਮਿਲਣੇ ਬਹੁਤ ਔਖੇ ਹਨ। ਸੱਚੇ ਗੁਰੂ ਮਿਲਣੇ ਬਹੁਤ ਔਖੇ ਹਨ। ਸੱਚਾ ਗੁਰੂ ਤਾਂ ਪਰਮੇਸ਼ਵਰ ਦਾ ਹੀ ਰੂਪ ਹੈ। ਸਤਪੁਰਖ ਸਤਗੁਰ ਪਰਮੇਸ਼ਵਰ, ਜਿਸ ਭੇਟਤ ਪਾਰ ਪਰਾਏ ਨਾ, ਜਿਸ ਨੂੰ ਮਿਲਿਆ ਪਾਰ ਲੰਘ ਸਕੀਦਾ ਹੈ। ਜਿਸ ਭੇਟਤ ਜਿਸ ਨੂੰ ਮਿਲ ਕੇ, ਪਾਰ ਪਰਾਏ ਨਾ, ਪਾਰ ਲੰਘ ਸਕੀਦਾ ਹੈ। ਪਾਰ ਜਾਤ ਲੋੜੇ ਮਨ ਪਿਆਰੇ, ਹੇ ਪਿਆਰੇ ਮਨ, ਜੇ ਤੂੰ ਹਰ ਮਨੋਕਾਮਨਾ ਪੂਰੀ ਕਰਨ ਵਾਲਾ ਪਾਰਜਾਤ ਰੁੱਖ, ਪਾਰਜਾਤ ਇੱਕ ਰੁੱਖ ਹੈ ਜੋ ਹਰ ਮਨੋਕਾਮਨਾ ਪੂਰੀ ਕਰ ਸਕਦਾ ਹੈ, ਜੇ ਤੂੰ ਉਹ ਹਾਸਲ ਕਰਨਾ ਚਾਹੁੰਦਾ ਹੈ। ਪਾਰਜਾਤ ਲੋੜੇ ਮਨ ਪਿਆਰੇ, ਲੋੜੇ ਜੇ ਤੂੰ ਉਹ ਪਾਰਜਾਤ ਰੁੱਖ ਹਾਸਲ ਕਰਨਾ ਚਾਹੁੰਦਾ, ਜੇ ਤੇਰੀ ਹਰ ਮਨੋਕਾਮਨਾ ਪੂਰੀ ਕਰ ਸਕੇ, ਜਾਂ ਤੂੰ ਚਾਹੁੰਦਾ ਹੈ ਕਿ ਕਾਮ ਧੇਨ ਸੋਹੀ ਦਰਬਾਰੇ, ਜਾਂ ਤੇਰੀ ਤਮੰਨਾ ਹੈ ਕਿ ਤੇਰੇ ਬੂਹੇ ਉੱਤੇ ਮੂੰਹ ਮੰਗੇ ਪਦਾਰਥ ਦੇਣ ਵਾਲੀ ਗਊ ਸੋਭ ਰਹੀ ਹੋਵੇ, ਕਾਮ ਧੇਨ ਵੀ ਤੈਨੂੰ ਮਿਲ ਜਾਵੇ ਜੇ ਮੂੰਹ ਮੰਗੇ ਪਦਾਰਥ ਦਿੰਦੀ ਹੈ। ਤ੍ਰਿਪਤ ਸੰਤੋਖ ਸੇਵਾ ਗੁਰ ਪੂਰੇ, ਨਾਮ ਕਮਾਏ ਰਸਾਇਣਾ। ਤਾਂ ਫਿਰ ਤੂੰ ਕੀ ਕਰ ਕਿ ਪੂਰੇ ਗੁਰ ਦੀ ਸੇਵਾ ਕਰ। ਨਾਮ ਕਮਾਏ ਰਸਾਇਣਾ, ਪੂਰੇ ਗੁਰ ਦੀ ਸੇਵਾ ਕਰ, ਨਾਮ ਸਿਮਰਨ ਦੀ ਕਮਾਈ ਕਰ। ਨਾਮ ਕਮਾਏ ਰਸਾਇਣਾ, ਨਾਮ ਸਿਮਰਨ ਦੀ ਕਮਾਈ ਕਰ, ਫਿਰ ਤੈਨੂੰ ਪੂਰਾ ਸੰਤੋਖ ਪ੍ਰਾਪਤ ਹੋਏਗਾ। ਤ੍ਰਿਪਤ ਸੰਤੋਖ, ਫਿਰ ਤੇਰੀ ਤ੍ਰਿਪਤਾ ਬੁੱਝ ਜਾਏਗੀ, ਤੇਰੀ ਤ੍ਰਿਸ਼ਨਾ ਬੁੱਝ ਜਾਏਗੀ, ਤੈਨੂੰ ਪੂਰਾ ਸੰਤੋਖ ਮਿਲ ਜਾਏਗਾ। ਫਿਰ ਤੂੰ ਜੇ ਸਭ ਚੀਜ਼ਾਂ ਤੂੰ ਲੋੜਦਾ ਹੈ, ਸਭ ਚੀਜ਼ਾਂ ਤੂੰ ਮੰਗਦਾ ਹੈ ਕਿ ਮੈਨੂੰ ਇਹ ਵੀ ਮਿਲ ਜਾਏ, ਤਾਂ ਮੇਰੀਆਂ ਸਾਰੀਆਂ ਮਨੋਕਾਮਨਾ ਪੂਰੀਆਂ ਹੋ ਜਾਣ, ਇਹ ਤਾਂ ਹੀ ਹੋ ਸਕਦਾ ਹੈ ਜੇ ਤੂੰ ਪੂਰੇ ਗੁਰੂ ਦੀ ਸੇਵਾ ਕਰੇਗਾ ਤੇ ਨਾਮ ਸਿਮਰਨ ਦੀ ਕਮਾਈ ਕਰੇਗਾ। ਗੁਰ ਕੇ ਸ਼ਬਦ ਮਰੇ ਪੰਜ ਧਾਤੂ, ਗੁਰੂ ਦੇ ਉਪਦੇਸ਼ ਨਾਲ 5 ਬੁਰਾਈਆਂ ਖਤਮ ਹੋ ਜਾਂਦੀਆਂ ਹਨ। ਕਿਹੜੀਆਂ 5 ਬੁਰਾਈਆਂ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਇਹ 5 ਬੁਰਾਈਆਂ ਗੁਰੂ ਦੇ ਸ਼ਬਦ ਦੇ ਨਾਲ ਮਰ ਜਾਂਦੀਆਂ ਹਨ। ਪੈ ਪਾਰ ਬ੍ਰਹਮ ਹੋਵੇ ਨਿਰਮਲਾ ਤੂੰ, ਪਰਮਾਤਮਾ ਦੇ ਪਿਆਰ ਵਿੱਚ ਲੀਨ ਹੋਣ ਨਾਲ ਮਨ ਸੁੱਚਾ ਹੋ ਜਾਂਦਾ ਹੈ। ਨਿਰਮਲਾ, ਮਨ ਸੁੱਚਾ ਹੋ ਜਾਂਦਾ ਹੈ। ਪੈ ਪਾਰ ਬ੍ਰਹਮ ਹੋਵੇ, ਉਸ ਦੇ ਪਿਆਰ ਵਿੱਚ ਅਗਰ ਅਸੀਂ ਲੀਨ ਹੋ ਜਾਈਏ ਤੇ ਮਨ ਸੁੱਚਾ ਹੋ ਜਾਂਦਾ ਹੈ। ਪਾਰਸ ਜਬ ਭੇਟੈ ਗੁਰ ਪੂਰਾ, ਤਾਂ ਪਾਰਸ ਪਰਸ ਦਿਖਾਏ ਨਾ। ਗੁਰੂ ਪਾਰਸ ਦੀ ਤਰ੍ਹਾਂ ਮਹਾਨ ਹੈ। ਪਾਰਸ ਜਬ ਭੇਟੇ ਗੁਰ ਪੂਰਾ, ਤੇ ਜਦੋਂ ਪੂਰਾ ਗੁਰੂ ਮਿਲ ਪੈਂਦਾ ਹੈ, ਭੇਟੇ ਜਦੋਂ ਪੂਰਾ ਗੁਰੂ ਮਿਲ ਪੈਂਦਾ ਹੈ ਤਾਂ ਗੁਰੂ ਪਾਰਸ ਨੂੰ ਛੂਹਿਆ, ਉਸ ਗੁਰੂ ਰੂਪੀ ਪਾਰਸ ਨੂੰ ਛੂਹਣ ਦੇ ਨਾਲ ਆਮ ਮਨੁੱਖ ਵੀ ਉੱਚਾ ਬਣ ਜਾਂਦਾ ਹੈ। ਪਾਰਸ, ਉਹ ਗੁਰੂ ਪਾਰਸ ਦੀ ਤਰ੍ਹਾਂ ਮਹਾਨ ਹੈ। ਪਾਰਸ ਜਬ ਭੇਟੇ ਗੁਰ ਪੂਰਾ, ਜਦੋਂ ਉਹ ਪਾਰਸ ਰੂਪੀ ਗੁਰੂ ਸਾਨੂੰ ਛੂਹ ਜਾਂਦਾ ਹੈ ਤਾਂ ਪਾਰਸ ਪਰਸ ਦਿਖਾਏ ਨਾ, ਤਾਂ ਆਮ ਮਨੁੱਖ ਵੀ ਉੱਚਾ ਬਣ ਜਾਂਦਾ ਹੈ। ਕਈ ਬੈਕੁੰਠ ਨਾਹੀ ਲਵੇ ਲਾਗੇ, ਅਨੇਕਾਂ ਬੈਕੁੰਠ ਗੁਰੂ ਦੀ ਬਰਾਬਰੀ ਨਹੀਂ ਕਰ ਸਕਦੇ। ਕਈ ਬੈਕੁੰਠ ਨਾਹੀ ਲਵੇ ਲਾਗੇ, ਉਹ ਤਾਂ ਉਸਦੇ ਲਾਗੇ ਵੀ ਨਹੀਂ ਆ ਸਕਦੇ, ਉਸਦੀ ਬਰਾਬਰੀ ਕਰਨ ਦੇ ਹੱਕਦਾਰ ਵੀ ਨਹੀਂ ਹਨ। ਮੁਕਤ ਬਪੜੀ ਵੀ ਗਿਆਨੀ ਤਿਆਗੇ, ਜਿਹੜੇ ਗਿਆਨੀ ਬੰਦੇ ਹਨ ਉਹ ਮੁਕਤੀ ਨੂੰ ਇੱਕ ਨਿਮਾਣੀ ਜਿਹੀ ਸ਼ੈ ਸਮਝ ਕੇ ਉਸਦੀ ਇੱਛਾ ਛੱਡ ਦਿੰਦੇ ਹਨ। ਮੁਕਤ ਬਪੜੀ ਵੀ ਮੁਕਤੀ ਨੂੰ ਇੱਕ ਛੋਟੀ ਜਿਹੀ ਸ਼ੈ ਸਮਝਦੇ ਹਨ ਕਿ ਇਹ ਤਾਂ ਐਵੇਂ ਛੋਟੀ ਮੋਟੀ ਚੀਜ਼ ਹੈ, ਉਸਦੀ ਇੱਛਾ ਛੱਡ ਜਾਂਦੇ ਹਨ ਗਿਆਨੀ ਧਿਆਨੀ ਵੀ। ਏਕੰਕਾਰ ਸਤਿਗੁਰ ਤੇ ਪਾਈਏ, ਹੋ ਬਲ ਬਲ ਗੁਰ ਦਰਸਾਏ ਨਾ। ਪਰਮਾਤਮਾ ਦੀ ਪ੍ਰਾਪਤੀ ਸਿਰਫ ਗੁਰੂ ਰਾਹੀਂ ਹੀ ਹੁੰਦੀ ਹੈ। ਏਕੰਕਾਰ, ਪਰਮਾਤਮਾ ਦੀ ਪ੍ਰਾਪਤੀ ਸਤਿਗੁਰ ਤੇ ਪਾਈਏ, ਪਰਮਾਤਮਾ ਦੀ ਪ੍ਰਾਪਤੀ ਸਿਰਫ ਗੁਰੂ ਰਾਹੀਂ ਹੁੰਦੀ ਹੈ। ਹੋ ਬਲ ਬਲ ਗੁਰ ਦਰਸਾਏ ਨਾ, ਮੈਂ ਤਾਂ ਗੁਰੂ ਦੇ ਦਰਸ਼ਨ ਤੋਂ ਕੁਰਬਾਨ ਜਾਂਦਾ ਹਾਂ। ਗੁਰ ਕੀ ਸੇਵ ਨਾ ਜਾਣੇ ਕੋਈ, ਗੁਰੂ ਦੀ ਸੇਵਾ ਕਰਨ ਦਾ ਕੀ ਮਹੱਤਵ ਹੈ, ਇਹ ਭੇਦ ਕੋਈ ਮਨੁੱਖ ਨਹੀਂ ਸਮਝ ਸਕਦਾ। ਗੁਰ ਕੀ ਸੇਵ ਨਾ ਜਾਣੇ ਕੋਈ, ਇਹ ਕੋਈ ਮਨੁੱਖ ਨਹੀਂ ਸਮਝ ਸਕਦਾ ਕਿ ਗੁਰੂ ਦੀ ਸੇਵਾ ਕਰਨ ਦਾ ਕੀ ਮਹੱਤਵ ਹੈ।
ਸਾਨੂੰ ਕੀ ਲਾਭ ਹੈ। ਗੁਰ ਪਾਰ ਬ੍ਰਹਮ ਅਗੋਚਰ ਸੋਈ। ਗੁਰੂ ਉਹੀ ਅਦ੍ਰਿਸ਼ਟ ਪਰਮਾਤਮਾ ਹੈ। ਗੁਰੂ ਪਰਮਾਤਮਾ ਦਾ ਹੀ ਰੂਪ ਹੈ ਜੋ ਅਦ੍ਰਿਸ਼ਟ ਹੈ। ਗੁਰੂ ਪਾਰ ਬ੍ਰਹਮ ਦੀ ਤਰ੍ਹਾਂ ਹੀ ਹੈ। ਅਗੋਚਰ ਸੋਈ, ਅਗੋਚਰ ਜੋ ਸਾਨੂੰ ਦਿਖਦਾ ਨਹੀਂ ਹੈ। ਜਿਸਨੋਂ ਲਾਏ ਲਏ ਸੋ ਸੇਵਕ, ਜਿਸ ਵੱਡ ਭਾਗ ਮਥਾਏ ਨਾ। ਜਿਸ ਵੱਡ ਭਾਗ ਮਥਾਏ ਨਾ, ਜਿਸ ਦੇ ਵੱਡੇ ਭਾਗ ਹੁੰਦੇ ਹਨ, ਜੋ ਵੱਡੇ ਭਾਗਾਂ ਵਾਲਾ ਹੈ। ਜਿਸਨੋਂ ਲਾਏ ਲਏ ਸੋ ਸੇਵਕ, ਜਿਸ ਮਨੁੱਖ ਨੂੰ ਆਪਣੀ ਸੇਵਾ ਵਿੱਚ ਜੋੜ ਲੈਂਦਾ ਹੈ, ਉਹੀ ਗੁਰੂ ਦਾ ਸੇਵਕ ਹੈ। ਜਿਸਨੋਂ ਲਾਏ ਲਏ ਸੋ ਸੇਵਕ, ਉਹੀ ਗੁਰੂ ਦਾ ਸੇਵਕ ਹੈ ਅਤੇ ਉਹ ਵੱਡੇ ਭਾਗਾਂ ਵਾਲਾ ਹੋ ਜਾਂਦਾ ਹੈ। ਜਿਸ ਵੱਡ ਭਾਗ ਮਥਾਏ ਨਾ, ਜਿਸ ਦੇ ਵੱਡੇ ਭਾਗ ਹੁੰਦੇ ਹਨ, ਉਹੀ ਮਨੁੱਖ ਗੁਰੂ ਦੀ ਸੇਵਾ ਵਿੱਚ ਜੁੜਦਾ ਹੈ ਅਤੇ ਉਹ ਉਸ ਦਾ ਸੇਵਕ ਅਖਵਾਉਂਦਾ ਹੈ। ਗੁਰ ਕੀ ਮਹਿਮਾ ਵੇਦ ਨਾ ਜਾਣੇ। ਗੁਰੂ ਦੀ ਮਹਾਨਤਾ ਤਾਂ ਵੇਦ ਵੀ ਨਹੀਂ ਜਾਣਦੇ। ਵੇਦਾਂ ਵਿੱਚ ਜੋ ਲਿਖਿਆ ਹੈ ਉਹ ਵੀ ਉਹਦੀ ਮਹਾਨਤਾ ਨੂੰ ਚੰਗੀ ਤਰ੍ਹਾਂ ਵਿਖਿਆਨ ਨਹੀਂ ਕਰ ਸਕਦੇ। ਤੁਛ ਮਾਤ ਸੁਣ ਸੁਣ ਵਖਾਣੇ। ਕਿਉਂ ਨਹੀਂ ਵਿਖਾਨ ਕਰ ਸਕਦੇ? ਕਿਉਂਕਿ ਉਹ ਥੋੜ੍ਹੀ ਜਿਹੀ ਮਹਾਨਤਾ ਸੁਣ ਕੇ ਉਤਨੀ ਹੀ ਉਪਮਾ ਬਿਆਨ ਕਰ ਰਹੇ ਹਨ। ਜਿਵੇਂ ਉਹਨਾਂ ਨੂੰ ਥੋੜ੍ਹੀ ਜਿਹੀ ਗਿਆਨ ਹੈ ਔਰ ਉਤਨੀ ਹੀ ਉਪਮਾ ਉਹ ਵਿਖਿਆਨ ਕਰੇ, ਉਹ ਵੀ ਉਸ ਦਾ ਭੇਦ ਨਹੀਂ ਪਾ ਸਕਦੇ। ਵੇਦ ਪੁਰਾਣ ਵੀ ਗੁਰੂ ਦੀ ਮਹਾਨਤਾ ਦਾ ਵਿਖਿਆਨ ਨਹੀਂ ਕਰ ਸਕਦੇ। ਪਾਰ ਬ੍ਰਹਮ ਅਪਰੰਪਰ ਸਤਿਗੁਰ, ਜਿਸ ਸਿਮਰਤ ਮਨ ਸੀਤ ਲਾਏ ਨਾ। ਗੁਰੂ ਪਾਰ ਬ੍ਰਹਮ ਦਾ ਹੀ ਰੂਪ ਹੈ ਜਿਸ ਦੀ ਮਹਾਨਤਾ ਬਹੁਤ ਉੱਚੀ ਤੇ ਵੱਡੀ ਹੈ। ਪਾਰ ਬ੍ਰਹਮ ਅਪਰੰਪਰ, ਜਿਸ ਦੀ ਮਹਾਨਤਾ ਬਹੁਤ ਉੱਚੀ ਹੈ ਤੇ ਵੱਡੀ ਹੈ। ਅਪਰੰਪਰ ਸਤਿਗੁਰ, ਜਿਸ ਸਿਮਰਤ ਮਨ ਸੀਤ ਲਾਏ ਨਾ, ਜਿਸ ਦਾ ਸਿਮਰਨ ਕੀਤਿਆਂ ਮਨ ਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ। ਸੀਤ ਲਾਏ ਨਾ, ਮਨ ਸ਼ੀਤਲ ਹੋ ਜਾਂਦਾ ਹੈ। ਜਾਕੀ ਸੋਏ ਸੁਣੀ ਮਨ ਜੀਵੇ, ਜਿਸ ਗੁਰੂ ਦੀ ਵਡਿਆਈ ਸੁਣ ਕੇ ਮਨ ਜੀਉ ਰਿਹਾ ਹੈ। ਜਾਕੀ ਸੋਏ ਸੁਣੀ ਮਨ ਜੀਵੇ, ਮਨ ਜੀ ਰਿਹਾ ਹੈ ਜਿਸ ਦੀ ਗੁਰੂ ਦੀ ਵਡਿਆਈ ਸੁਣ ਕੇ। ਹਿਰਦੇ ਵਸੇ ਤਾਂ ਠੰਡਾ ਥੀਵੇ, ਜੋ ਗੁਰੂ ਹਿਰਦੇ ਦਿਲ ਵਿੱਚ ਵਸ ਜਾਏ ਤਾਂ ਉਹ ਠੰਡਾ ਠਾਰ ਹੋ ਜਾਂਦਾ ਹੈ। ਹਿਰਦੇ ਵਸੇ ਤਾਂ ਠੰਡਾ ਥੀਵੇ, ਗੁਰਮੁਖੋ ਅਲਾਏ ਤਾਂ ਸੋਭਾ ਪਾਏ। ਜਿਹੜਾ ਮਨੁੱਖ ਮੂੰਹੋਂ ਗੁਰੂ ਦੀਆਂ ਸਿਫਤਾਂ ਕਰਦਾ ਹੈ ਉਸਨੂੰ ਕੀ ਮਿਲਦਾ ਹੈ? ਤਾਂ ਸੋਭਾ ਪਾਏ, ਤਦੋਂ ਉਸਨੂੰ ਇੱਜ਼ਤ ਮਿਲਦੀ ਹੈ। ਤਿਸ ਜਮ ਕੇ ਪੰਥ ਨਾ ਪਾਏ ਨਾ, ਉਸਨੂੰ ਮੌਤ ਤੋਂ ਡਰਨਾ ਨਹੀਂ ਪੈਂਦਾ। ਤਿਸ ਜਮ ਕੇ ਪੰਥ ਨਾ ਪਾਏ ਨਾ, ਮੌਤ ਵੀ ਉਸਦਾ ਕੁਝ ਵਿਗਾੜ ਨਹੀਂ ਸਕਦੀ। ਉਸ ਦੇ ਵਿੱਚੋਂ ਸਾਰੇ ਭੈ ਭਰਮ ਸਭ ਦੂਰ ਹੋ ਜਾਂਦੇ ਹਨ, ਕਿਉਂਕਿ ਉਹ ਤਾਂ ਪਰਮਾਤਮਾ ਦੇ ਵਿੱਚ ਹੀ ਆਪਣਾ ਮਨ ਟਿਕਾਈ ਰੱਖਦਾ ਹੈ ਤੇ ਪਰਮਾਤਮਾ ਤਾਂ ਸਰਬ ਸ਼ਕਤੀਮਾਨ ਹੈ ਤੇ ਜਮ ਦੇਵਤੇ ਸਾਰੇ ਉਸ ਦੇ ਦਰ ਉੱਤੇ ਹੱਥ ਬੰਨ੍ਹ ਕੇ ਖੜੇ ਹਨ, ਤਾਂ ਉਸ ਨੂੰ ਕੋਈ ਭੈ ਨਹੀਂ ਰਹਿੰਦਾ। ਸੰਤਨ ਕੀ ਸਰਨਾਈ ਪੜਿਆ, ਮੈਂ ਸੰਤ ਜਨਾਂ ਦੀ ਸ਼ਰਨ ਆ ਪਿਆ ਹਾਂ। ਸਰਨਾਈ, ਮੈਂ ਸੰਤ ਜਨਾਂ ਦੀ ਸ਼ਰਨ ਆ ਗਿਆ ਹਾਂ। ਜਿਉ ਪ੍ਰਾਨ ਤਨ ਆਗੇ ਧਰਿਆ, ਮੈਂ ਆਪਣੀ ਜਿੰਦ ਜਾਨ ਉਹਨਾਂ ਦੇ ਹਵਾਲੇ ਕਰ ਦਿੱਤੀ ਹੈ। ਜਿਉ ਪ੍ਰਾਨ ਤਨ ਆਗੇ ਧਰਿਆ, ਆਪਣੀ ਜਿੰਦ ਜਾਨ ਵੀ ਉਹਨਾਂ ਦੇ ਹਵਾਲੇ ਕਰ ਦਿੱਤੀ ਹੈ। ਸੇਵਾ ਸੁਰਤ ਨਾ ਜਾਣਾ ਕਾਈ, ਹੇ ਪ੍ਰਭੂ ਮੈਨੂੰ ਸੇਵਾ ਭਗਤੀ ਕਰਨ ਦਾ ਕੋਈ ਤਰੀਕਾ ਨਹੀਂ ਆਉਂਦਾ। ਸੇਵਾ ਸੁਰਤ ਨਾ ਜਾਣਾ ਕਾਈ, ਮੈਂ ਤਾਂ ਨਿਮਾਣਾ ਬੰਦਾ ਹਾਂ, ਮੈਨੂੰ ਕੋਈ ਸੋਝੀ ਨਹੀਂ ਹੈ। ਮੈਨੂੰ ਤਾਂ ਸੇਵਾ ਕਰਨੀ ਵੀ ਨਹੀਂ ਆਉਂਦੀ, ਕੋਈ ਤਰੀਕਾ ਨਹੀਂ ਆਉਂਦਾ। ਤੁਮ ਕਰੋ ਦਇਆ ਕਿਰਮਾਏ ਨਾ, ਮੇਰੇ ਵਰਗੇ ਨਾ ਚੀਜ਼ ਬੰਦੇ ਉੱਤੇ ਮਿਹਰ ਕਰੋ। ਹੇ ਪ੍ਰਭੂ ਮੈਨੂੰ ਤਾਂ ਸੇਵਾ ਕਰਨ ਦਾ ਢੰਗ ਵੀ ਨਹੀਂ ਆਉਂਦਾ, ਮੈਨੂੰ ਸੋਝੀ ਦਿਓ ਕਿ ਮੈਂ ਕਿਵੇਂ ਤੁਹਾਡੀ ਸੇਵਾ ਕਰ ਸਕਾਂ। ਨਿਰਗੁਣ ਕੋ ਸੰਗ ਲੇਹੋ ਰਲਾਏ, ਮੈਂ ਗੁਣਹੀਨ ਹਾਂ। ਹੇ ਪ੍ਰਭੂ ਮੈਨੂੰ ਗੁਣਹੀਨ ਨੂੰ ਆਪਣੇ ਚਰਨਾਂ ਵਿੱਚ ਰਲਾਈ ਰੱਖੋ। ਨਿਰਗੁਣ ਕੋ ਸੰਗ ਲੇਹੋ ਰਲਾਏ, ਕਰ ਕਿਰਪਾ ਮੋਹੇ ਟਹਿਲੇ ਲਾਏ। ਮਿਹਰ ਕਰਕੇ ਮੈਨੂੰ ਟਹਿਲ ਸੇਵਾ ਵਿੱਚ ਜੋੜੀ ਰੱਖੋ। ਪੱਖਾ ਫੇਰੋ ਪੀਸੋ ਸੰਤ ਆਗੇ, ਮੈਂ ਸੰਤਾਂ ਨੂੰ ਪੱਖਾ ਝੱਲਦਾ ਹਾਂ। ਪੱਖਾ ਫੇਰੋ, ਮੈਂ ਉਹਨਾਂ ਨੂੰ ਪੱਖਾ ਝੱਲਦਾ ਹਾਂ। ਪੀਸੋ, ਉਹਨਾਂ ਵਾਸਤੇ ਚੱਕੀ ਵੀ ਪੀਂਦਾ ਹਾਂ। ਪੀਸੋ ਸੰਤ ਆਗੇ, ਚਰਨ ਧੋਏ ਸੁਖ ਪਾਏ ਨਾ, ਤਾਂ ਉਹਨਾਂ ਦੇ ਚਰਨ ਧੋ ਕੇ ਆਨੰਦ ਮਹਿਸੂਸ ਕਰਦਾ ਹਾਂ। ਚਰਨ ਧੋਏ ਸੁਖ ਪਾਏ ਨਾ, ਮੈਨੂੰ ਉਹਨਾਂ ਦੇ ਚਰਨ ਧੋ ਕੇ ਸੁਖ ਪ੍ਰਾਪਤ ਹੁੰਦਾ ਹੈ। ਬਹੁਤ ਦੁਆਰੇ ਭਰਮ ਆਇਆ, ਮੈਂ ਅਨੇਕਾਂ ਦਰਵਾਜ਼ਿਆਂ 'ਤੇ ਭਟਕ ਆਇਆ ਹਾਂ। ਬਹੁਤ ਦੁਆਰੇ, ਬਹੁਤ ਦਰਵਾਜ਼ਿਆਂ 'ਤੇ ਮੈਂ ਭਰਮ ਆਇਆ, ਭਟਕ ਕੇ ਆਇਆ ਹਾਂ। ਤੁਮਰੀ ਕਿਰਪਾ ਤੇ ਤੁਮ ਸਰਨਾਇਆ, ਤੇਰੀ ਕਿਰਪਾ ਨਾਲ ਹੁਣ ਤੇਰੀ ਸ਼ਰਨ ਆਇਆ ਹਾਂ। ਇੰਨੀਆਂ ਭਟਕਣਾ ਤੋਂ ਬਾਅਦ ਤੇਰੀ ਕਿਰਪਾ ਹੋਈ ਹੈ ਤੇ ਮੈਂ
ਤੇਰੀ ਸ਼ਰਨ ਵਿੱਚ ਆ ਗਿਆ ਹਾਂ। ਸਦਾ ਸਦਾ ਸੰਤੇ ਸੰਗ ਰਾਖੋ, ਮੈਨੂੰ ਸਦਾ ਸੰਤਾਂ ਦੀ ਸੰਗਤ ਵਿੱਚ ਰੱਖੋ। हे ਪ੍ਰਭੂ, ਸਦਾ ਸਦਾ ਸੰਤੇ ਸੰਗ ਰਾਖੋ, ਇਹੋ ਨਾਮ ਦਾਨ ਦਿਵਾਏ ਨਾ। ਮੈਂ ਉਹਨਾਂ ਪਾਸੋਂ ਨਾਮ ਦੀ ਖੈਰ, ਉਹਨਾਂ ਦੇ ਪਾਸੋਂ ਨਾਮ ਦੀ ਖੈਰ ਲੈ ਸਕਾਂ। हे ਪ੍ਰਭੂ, ਮੈਨੂੰ ਉਹਨਾਂ ਦੀ ਸੰਗਤ ਵਿੱਚ ਹੀ ਰੱਖੋ ਤਾਂ ਕਿ ਮੈਨੂੰ ਨਾਮ ਦਾਨ ਦੀ ਖੈਰ ਮਿਲ ਸਕੇ। ਭਏ ਕਿਰਪਾਲ ਗੁਸਾਈ ਮੇਰੇ। ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ ਕਿ ਜਦੋਂ ਮੇਰੇ ਮਾਲਕ ਨੇ ਮਿਹਰ ਕੀਤੀ, ਭਏ ਕਿਰਪਾਲ, ਜਦੋਂ ਉਹਨਾਂ ਨੇ ਮੇਰੇ 'ਤੇ ਕਿਰਪਾ ਕੀਤੀ, ਗੁਸਾਈ ਮੇਰੇ ਮਾਲਕ ਨੇ ਮੇਰੇ ਉੱਤੇ ਕਿਰਪਾ ਕੀਤੀ, ਦਰਸ਼ਨ ਪਾਇਆ ਸਤਿਗੁਰ ਪੂਰੇ, ਤਾਂ ਮੈਨੂੰ ਪੂਰੇ ਗੁਰੂ ਦਾ ਦਰਸ਼ਨ ਪ੍ਰਾਪਤ ਹੋ ਗਿਆ। ਜਦੋਂ ਉਹਨਾਂ ਦੀ ਮਿਹਰ ਹੋਈ ਤਾਂ ਹੀ ਮੈਨੂੰ ਪੂਰੇ ਗੁਰੂ ਦਾ ਦਰਸ਼ਨ ਪ੍ਰਾਪਤ ਹੋਇਆ। ਨਹੀਂ ਤਾਂ ਮੈਂ ਤਾਂ ਅਨੇਕਾਂ ਦਰਵਾਜ਼ੇ ਭਟਕ ਰਿਹਾ ਸੀ, ਪਰ ਜਦੋਂ ਉਹਨਾਂ ਦੀ ਮਿਹਰ ਹੋਈ ਤਾਂ ਮੈਂ ਉਹਨਾਂ ਦੀ ਸ਼ਰਨ ਵਿੱਚ ਆ ਗਿਆ ਤੇ ਮੈਨੂੰ ਪੂਰੇ ਗੁਰ ਦਾ ਦਰਸ਼ਨ ਪ੍ਰਾਪਤ ਹੋ ਗਿਆ। ਸੂਖ ਸਹਿਜ ਸਦਾ ਆਨੰਦਾ, ਨਾਨਕ ਦਾਸ ਦਸਾਇਨਾ। ਮੈਂ ਸਦਾ ਆਤਮਿਕ ਸੁੱਖ ਤੇ ਆਨੰਦ ਮਹਿਸੂਸ ਕਰਦਾ ਹਾਂ। ਮੈਂ ਗੁਰੂ ਦੀ ਸ਼ਰਨ ਵਿੱਚ ਆ ਕੇ ਸੂਖ ਸਹਿਜ ਸਦਾ ਆਨੰਦਾ, ਮੈਂ ਆਤਮਿਕ ਸੁੱਖ ਤੇ ਆਨੰਦ ਮਹਿਸੂਸ ਕਰਦਾ ਹਾਂ। ਨਾਨਕ ਦਾਸ ਦਸਾਇਨਾ, ਮੈਂ ਤਾਂ ਉਹਨਾਂ ਦੇ ਦਾਸਾਂ ਦਾ ਵੀ ਦਾਸ ਬਣਿਆ ਰਹਿਣਾ ਚਾਹੁੰਦਾ ਹਾਂ। ਮੈਂ ਤਾਂ ਉਹਨਾਂ ਦੇ ਦਾਸਾਂ ਦਾ ਵੀ ਦਾਸ ਅਖਵਾਉਣਾ ਚਾਹੁੰਦਾ। ਹੇ ਸੱਚੇ ਪਾਤਸ਼ਾਹ ਜੀ, ਮੈਨੂੰ ਆਪਣੇ ਚਰਨਾਂ ਨਾਲ ਜੋੜੀ ਰੱਖਣਾ। ਜਿਵੇਂ ਇੱਕ ਸ਼ਬਦ ਦੇ ਅਨੁਸਾਰ, ਗੁਰ ਕੇ ਚਰਨ ਉੱਪਰ ਮੇਰੇ ਮਾਥੇ, ਤਾਤੇ ਦੁੱਖ ਮੇਰੇ ਸਗਲੇ ਲਾਤੇ। ਹੇ ਸੱਚੇ ਪਾਤਸ਼ਾਹ ਜੀ, ਮੈਂ ਤੇਰੇ ਚਰਨਾਂ ਉੱਤੇ ਆਪਣਾ ਮੱਥਾ ਨਿਵਾ ਕੇ ਰੱਖਣਾ ਚਾਹੁੰਦਾ ਹਾਂ ਸੱਚੇ ਪਾਤਸ਼ਾਹ ਜੀ, ਤਾਂ ਕਿ ਮੇਰੇ ਦੁੱਖ ਸਾਰੇ ਖਤਮ ਹੋ ਜਾਣ। ਇਹ ਜ਼ਿੰਦਗੀ ਦੁੱਖਾਂ ਅਤੇ ਸੁੱਖਾਂ ਦਾ ਸੰਗਮ ਹੈ। ਇਹ ਨਹੀਂ ਕਿ ਸਾਨੂੰ ਸਿਰਫ ਸੁੱਖ ਹੀ ਮਿਲਣਗੇ, ਦੁੱਖ ਵੀ ਆਉਣਗੇ, ਪਰ ਉਸ ਦੁੱਖ ਵਾਲੀ ਘੜੀ ਵਿੱਚ ਵੀ ਪਰਮੇਸ਼ਵਰ ਸਾਨੂੰ ਹੱਥ ਦੇ ਕੇ ਸਾਡੀ ਰੱਖਿਆ ਕਰਦੇ ਹਨ ਤੇ ਸਾਨੂੰ ਤਾਤੀ ਵਾਓ ਨਹੀਂ ਲੱਗਣ ਦਿੰਦੇ, ਤੇ ਸਾਨੂੰ ਉਸ ਦੁੱਖ ਦੀ ਘੜੀ 'ਚੋਂ ਵੀ ਬਚਾ ਕੇ ਕੱਢ ਲੈਂਦੇ ਹਨ। ਸੇਵਕ ਕੋ ਗੁਰ ਨਿਕਟੀ ਹੋਏ ਦਿਖਾਵੇ। ਸਾਨੂੰ ਉਸ ਪਰਮੇਸ਼ਵਰ ਦੀ ਹੋਂਦ ਦਾ ਅਹਿਸਾਸ ਹੁੰਦਾ ਹੈ ਕਿ ਇਸ ਪਰਮਾਤਮਾ ਤੋਂ ਬਗੈਰ ਸਾਨੂੰ ਉਸ ਦੁੱਖ ਦੀ ਘੜੀ 'ਚੋਂ ਕੋਈ ਨਹੀਂ ਬਚਾ ਸਕਦਾ। ਸਾਨੂੰ ਉਸ ਪਰਮਾਤਮਾ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਸਾਨੂੰ ਇਹ ਜ਼ਿੰਦਗੀ ਜੋ ਅਨਮੋਲ ਦਾਤ ਜੋ ਜ਼ਿੰਦਗੀ ਦੀ ਸਾਨੂੰ ਮਿਲੀ ਹੈ, ਸਾਨੂੰ ਉਸ ਵਿੱਚੋਂ ਕੁਝ ਸਮਾਂ ਕੱਢ ਕੇ ਪਰਮਾਤਮਾ ਦੀ ਸ਼ਲਾਘਾ ਕਰਨੀ ਚਾਹੀਦੀ ਹੈ, ਤਾਂ ਕਿ ਸਾਡਾ ਮਨ ਉਹਨਾਂ ਨਾਲ ਜੁੜਿਆ ਰਹੇ ਅਤੇ ਨਿਰਮਲ ਰਹੇ। ਤੇ ਇਸ ਦੇ ਨਾਲ ਅਸੀਂ ਇਸ ਸੰਸਾਰ ਵਿੱਚ ਸੰਸਾਰਿਕ ਕਾਰ ਵਿਹਾਰ ਕਰਦੇ ਹੋਏ ਵੀ ਅਸੀਂ ਆਪਣੇ ਆਤਮਿਕ ਸੁੱਖ ਨੂੰ ਪ੍ਰਾਪਤ ਕਰ ਸਕਦੇ ਹਾਂ। ਅਸੀਂ ਅੰਦਰੋਂ ਇੱਕ ਆਨੰਦ ਦਾ ਖੇੜਾ ਮਹਿਸੂਸ ਕਰ ਸਕਦੇ ਹਾਂ ਤੇ ਸਾਨੂੰ ਅੰਦਰੋਂ ਇਹ ਵਿਸ਼ਵਾਸ ਹੋ ਜਾਂਦਾ ਹੈ ਕਿ ਜਦੋਂ ਵੀ ਸਾਡੀ ਦੁੱਖ ਦੀ ਘੜੀ ਵੀ ਆਏਗੀ ਅਗਰ, ਤਾਂ ਸਾਨੂੰ ਬਚਾਉਣ ਵਾਲਾ ਉਹ ਸੱਚੇ ਪਾਤਸ਼ਾਹ ਪਾਰਬ੍ਰਹਮ ਸਾਡੇ ਨਾਲ ਹੈ। ਤੇ ਸਾਨੂੰ ਇਸ ਕਰਕੇ ਗੁਰੂ ਦੀ ਸ਼ਰਨ ਵਿੱਚ ਜਾਣਾ ਚਾਹੀਦਾ ਹੈ ਤੇ ਸਾਨੂੰ ਉਸ ਦਾ ਇਹ ਸ਼ੁਕਰ ਕਰਨਾ ਚਾਹੀਦਾ ਹੈ ਜੋ ਉਹਨਾਂ ਨੇ ਸਾਨੂੰ ਇਹ ਜ਼ਿੰਦਗੀ ਦੀ ਅਨਮੋਲ ਦਾਤ ਬਖਸ਼ੀ ਹੈ, ਤੇ ਸਾਨੂੰ ਉਸ ਦੀ ਪਰਮਾਤਮਾ ਦੇ ਨਾਲ ਜੁੜਨਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।